ਹੈਲੋ एवरीवन। इस वीडियो ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਰਿਕਰੂਟਮੈਂਟ ਦੀ ਕਿ ਕਿਹੜੀ ਪੋਸਟ ਉੱਤੇ ਰਿਕਰੂਟਮੈਂਟ ਹੁੰਦੀ ਹੈ ਔਰ ਉਹਦਾ ਕੀ ਪ੍ਰੋਸੀਜਰ ਹੈ। ਫਸਟ ਆਫ ਆਲ ਕਾਂਸਟੇਬਲ ਦੇ ਵਿੱਚ ਏਜ ਲਿਮਿਟ 28 ਈਅਰਸ ਹੈ। ਕੈਟਾਗਰੀ ਦੇ ਵਿੱਚ ਰਿਲੈਕਸੇਸ਼ਨ ਅਵੇਲੇਬਲ ਹੈ। ਕੁਆਲੀਫਿਕੇਸ਼ਨ +2 ਹੁੰਦੀ ਹੈ। ਸਿਲੈਕਸ਼ਨ ਪ੍ਰੋਸੀਜਰ ਓਨਲੀ ਫਿਜ਼ੀਕਲ ਟੈਸਟ ਹੈ। ਕਾफ़ी ਬੱਚਿਆਂ ਦੇ ਕਮੈਂਟਸ ਇਨਕੁਆਇਰੀਜ਼ ਆ ਰਹੀਆਂ ਸੀ ਕਿ ਮੈਮ ਕਾਂਸਟੇਬਲ ਦਾ ਰਿਟਨ ਟੈਸਟ ਹੁੰਦਾ ਹੈ ਜਾਂ ਨਹੀਂ। ਸੋ ਨੋ ਰਿਟਨ ਟੈਸਟ ਇਨ ਕਾਂਸਟੇਬਲ, ਕੋਈ ਰਿਟਨ ਟੈਸਟ ਨਹੀਂ ਹੁੰਦਾ। ਇਹਦੇ ਵਿੱਚ ਸਿਰਫ ਔਰ ਸਿਰਫ ਫਿਜ਼ੀਕਲ ਟੈਸਟ ਹੁੰਦਾ ਆ। ਉਹਦੀ ਵੀ ਪੂਰੀ ਇਨਫੋਰਮੇਸ਼ਨ ਐਂਡ ਵਿੱਚ ਮਿਲ ਜਾਏਗੀ। ਨੈਕਸਟ ਹੈ ਸਬ ਇੰਸਪੈਕਟਰ ਦੀ ਜੋ ਏਜ ਲਿਮਿਟ ਹੈ ਦੈਟ ਇਜ਼ 28 ਈਅਰਸ। ਬਟ CM ਸਾਹਿਬ ਨੇ ਰੀਸੈਂਟਲੀ ਅਨਾਊਂਸ ਕੀਤਾ ਹੈ ਕਿ ਉਹ ਇਹਦੀ ਏਜ ਲਿਮਿਟ ਨੂੰ ਵਧਾ ਕੇ 32 ਈਅਰਸ ਕਰ ਦੇਣਗੇ। ਕੁਆਲੀਫਿਕੇਸ਼ਨ ਇਹਦੇ ਵਿੱਚ ਗ੍ਰੈਜੂਏਸ਼ਨ ਚਾਹੀਦੀ ਹੈ ਇਨ ਐਨੀ ਸਟਰੀਮ। ਠੀਕ ਹੈ ਜੀ। ਸਿਲੈਕਸ਼ਨ ਪ੍ਰੋਸੀਜਰ ਕੀ ਹੈ ਇਹਦਾ? ਸਭ ਤੋਂ ਪਹਿਲਾਂ ਫਿਜ਼ੀਕਲ ਟੈਸਟ ਹੁੰਦਾ ਹੈ, ਦੈਨ ਰਿਟਨ ਟੈਸਟ ਹੁੰਦਾ ਹੈ, ਦੈਨ ਇੰਟਰਵਿਊ। ਬਟ 2016 ਦੇ ਵਿੱਚ ਕੋਈ ਵੀ ਇੰਟਰਵਿਊ ਨਹੀਂ ਹੋਈ ਸੀ ਅਤੇ ਰਿਟਨ ਟੈਸਟ ਦੇ ਬੇਸ 'ਤੇ ਹੀ ਉਹਨਾਂ ਨੇ ਰਿਜ਼ਲਟ ਨੂੰ ਆਊਟ ਕਰਤਾ ਸੀ। ਔਰ ਇਹਦਾ ਜਿਹੜਾ ਐਗਜ਼ਾਮ ਕੰਡਕਟ ਕੀਤਾ ਜਾਂਦਾ ਹੈ ਉਹ ਪੰਜਾਬ ਦੇ ਸਿਲੈਕਸ਼ਨ ਬੋਰਡ ਦੇ ਦੁਆਰਾ ਕੀਤਾ ਜਾਂਦਾ ਹੈ। ਦੈਨ ਇਜ਼ DSP, ਪੁਲਿਸ ਐਂਡ ਜੇਲ੍ਹ। ਦੋ ਤਰ੍ਹਾਂ ਦੇ DSP ਰਿਕਰੂਟ ਹੁੰਦੇ ਨੇ, ਪੁਲਿਸ ਐਂਡ ਜੇਲ੍ਹ। ਠੀਕ ਹੈ ਜੀ। ਏਜ ਹੈ 28। ਅਗੇਨ ਇਸ ਦੀ ਵੀ ਰੀਸੈਂਟਲੀ ਅਪਡੇਸ਼ਨ ਇਹੀ ਆ ਰਹੀ ਹੈ ਕਿ 32 ਈਅਰਸ ਹੋ ਜਾਏਗੀ ਜੀ ਐਜ਼ ਅਕੋਰਡਿੰਗਲੀ, ਜਿਵੇਂ ਕਿ CM ਸਾਹਿਬ ਨੇ ਬੋਲਿਆ ਹੈ। ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ। ਸਿਲੈਕਸ਼ਨ ਪ੍ਰੋਸੀਜਰ ਇਜ਼ ਰਿਟਨ ਐਗਜ਼ਾਮ। ਇਸ ਦਾ ਐਗਜ਼ਾਮ PPSC ਕੰਡਕਟ ਕਰਦੀ ਹੈ, ਪੰਜਾਬ ਪਬਲਿਕ ਸਿਵਲ ਸਰਵਿਸ ਕਮਿਸ਼ਨ। ਇਹ ਕਰਦੇ ਨੇ। ਠੀਕ ਹੈ ਜੀ। ਇਹਦੇ ਜਿਹੜਾ ਰਿਟਨ ਐਗਜ਼ਾਮ ਹੈ ਉਸ ਦੇ ਵਿੱਚ ਪਹਿਲਾਂ ਪ੍ਰੀਲਿਮਸ ਹੁੰਦਾ ਹੈ, ਦੈਨ ਮੇਨਸ ਹੈ, ਦੈਨ ਇੰਟਰਵਿਊ ਹੁੰਦੀ ਹੈ। ਉਸ ਤੋਂ ਬਾਅਦ ਜੋ ਫਿਜ਼ੀਕਲ ਟੈਸਟ ਹੁੰਦਾ ਹੈ। ਜੋ ਬੱਚੇ ਫਿਜ਼ੀਕਲ ਟੈਸਟ ਕਲੀਅਰ ਕਰਦੇ ਨੇ ਉਹਨਾਂ ਨੂੰ ਹੀ DSP ਦਿੱਤਾ ਜਾਂਦਾ ਹੈ, ਬਾਕੀਆਂ ਨੂੰ ਅਦਰ ਪੋਸਟ ਦੇ ਵਿੱਚ ਰੱਖਿਆ ਜਾਂਦਾ ਹੈ। ਠੀਕ ਹੈ ਜੀ। ਜੇਲ੍ਹ ਦੇ DSP ਅਲੱਗ ਹੁੰਦੇ ਨੇ, ਪੁਲਿਸ ਦੇ DSP ਅਲੱਗ ਹੁੰਦੇ ਨੇ। ਠੀਕ ਹੈ। ਨੈਕਸਟ ਇਜ਼ ਹਾਈਟ। ਤਿੰਨਾਂ ਦੇ ਵਿੱਚ ਹਾਈਟ ਕ੍ਰਾਈਟੇਰੀਆ ਸੇਮ ਹੈ। ਮੈਨ ਦੀ 5 ਫੀਟ 7 ਇੰਚ, ਵੂਮੈਨ ਦੀ 5 ਫੀਟ 3 ਇੰਚ। ਦੈਨ ਚੈਸਟ ਮੈਜਰਮੈਂਟ ਹੈ ਓਨਲੀ ਫॉर ਮੈਨ। ਠੀਕ ਹੈ ਜੀ। ਅਨਐਕਸਪੈਂਡਡ 33 ਇੰਚਜ਼, ਐਕਸਪੈਂਡਡ 34.5 ਇੰਚਜ਼। ਹੁਣ ਅਸੀਂ ਦੇਖਾਂਗੇ ਫਿਜ਼ੀਕਲ ਟੈਸਟ ਦੇ ਵਿੱਚ ਕੀ ਟੈਸਟ ਹੁੰਦੇ ਨੇ। ਜਿਸ ਤਰ੍ਹਾਂ ਕਿ ਰੇਸ ਹੁੰਦੀ ਹੈ 16 ਮੀਟਰ ਹੁੰਦੀ ਹੈ ਮੇਲ ਦੀ, ਫੀਮੇਲ ਦੀ 800 ਹੈ। ਟਾਈਮ ਗਿਵਨ ਹੈ 6 ਮਿੰਟਸ ਐਂਡ 4 ਮਿੰਟਸ, ਰਾਈਟ। ਉਸੇ ਤਰ੍ਹਾਂ ਮਿਨੀਮਮ ਲੌਂਗ ਜੰਪ ਹੁੰਦਾ, ਉਹਦੇ ਵਿੱਚ ਮਿਨੀਮਮ 3.80 ਮੀਟਰਸ ਹੈ। ਅਗੇਨ ਫੀਮੇਲ ਲਈ 3.25 ਮੀਟਰਸ ਹੈ ਐਂਡ ਮੇਲ ਲਈ ਹਾਈ ਜੰਪ ਹੈ ਐਂਡ ਸੇਮ ਫੀਮੇਲ ਲਈ ਹਾਈ ਜੰਪ ਹੈ। ਉਸੇ ਤਰ੍ਹਾਂ DSP ਦੇ ਵਿੱਚ ਵੀ ਹੈ। DSP ਦੀ ਰਿਕੁਆਇਰਮੈਂਟ ਹੈ। ਟਾਈਮਿੰਗ ਦਾ ਫ਼ਰਕ ਹੈ, ਦੇਖੋ ਉੱਥੇ 6 ਮਿੰਟਸ 30 ਸੈਕਿੰਡ ਸੀ, ਇੱਥੇ 7 ਮਿੰਟਸ 30 ਸੈਕਿੰਡ ਹੈ। ਉਸੇ ਤਰ੍ਹਾਂ ਫੀਮੇਲ ਦੇ ਵਿੱਚ ਵੀ ਟਾਈਮਿੰਗ ਦਾ ਫ਼ਰਕ ਹੈ। ਸੇਮ ਲੌਂਗ ਜੰਪ ਹੈ, ਹਾਈ ਜੰਪ ਹੈ। ਦੈਨ ਫੋਰਥ ਕ੍ਰਾਈਟੇਰੀਆ ਸਿਰਫ ਇਹ DSP ਦੇ ਨੂੰ ਬੱਚਿਆਂ ਦੀ ਕਿ ਆਈ ਸਾਈਡ ਦੇ ਬਾਰੇ ਦੱਸੋ ਮੈਮ। ਆਈ ਸਾਈਡ ਦਾ ਕੀ ਹੈ? 6/6 ਵਿਜ਼ਨ ਫॉर ਬੋਥ ਆਈਜ਼। 6/6 ਵਿਜ਼ਨ ਹੁੰਦਾ, ਇਟ ਇਜ਼ ਅ ਨੋਰਮਲ ਵਿਜ਼ਨ, ਕੰਪਲੀਟ ਵਿਜ਼ਨ, ਜੋ ਕਿ ਤੁਹਾਨੂੰ 6 ਮੀਟਰ ਦੀ ਦੂਰੀ ਤੋਂ ਪ੍ਰੋਪਰਲੀ ਦਿਖਦਾ ਹੋਣਾ ਚਾਹੀਦਾ ਹੈ। ਠੀਕ ਹੈ। ਪ੍ਰੋਪਰਲੀ ਦਿਖਣਾ ਮਤਲਬ ਇਹ ਨਹੀਂ ਕਿ ਉਹ ਤੁਸੀਂ ਕਿਸੇ ਨੂੰ ਰਿਕੋਗਨਾਈਜ਼ ਕਰਨਾ ਹੈ। ਐਲਫਾਬੈਟਸ ਹੁੰਦੇ ਉਹ ਤੁਸੀਂ ਪੜ੍ਹਨੇ ਹੁੰਦੇ ਨੇ। ਠੀਕ ਹੈ ਜੀ। ਇਟ ਇਜ਼ ਅ ਨੋਰਮਲ ਵਿਜ਼ਨ, ਨੋਰਮਲ ਵਿਜ਼ਨ ਹੁੰਦੀ ਹੈ 6/6 ਦੀ। ਠੀਕ ਹੈ। ਐਂਡ ਮੈਨੀ ਇਨਕੁਆਇਰੀਜ਼ ਆਰ ਕਮਿੰਗ ਐਟ ਲੇਜ਼ਰ। ਲਾਸਟ ਨੋਟੀਫਿਕੇਸ਼ਨ ਵਿੱਚ ਲੇਜ਼ਰ ਬਾਰੇ ਕੁਛ ਨਹੀਂ ਲਿਖਿਆ ਸੀ, ਤੁਸੀਂ ਕਰਾ ਸਕਦੇ ਹੋ ਜਾਂ ਨਹੀਂ ਕਰਾ ਸਕਦੇ, ਕੋਈ ਰੋਕ ਨਹੀਂ ਸੀ ਉਹਦੇ ਉੱਤੇ। ਬਟ ਕਮਿੰਗ ਨੋਟੀਫਿਕੇਸ਼ਨ ਵਿੱਚ ਹੋ ਸਕਦੀ ਹੈ, ਇਹਦੇ ਬਾਰੇ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਨੋਟੀਫਿਕੇਸ਼ਨ ਲਾਸਟ ਈਅਰ ਪੇਪਰ 2016 'ਚ ਆਇਆ ਸੀ, ਨਾਓ ਇਟ ਇਜ਼ 2020। ਐਕਸਪੈਕਟਡ ਹੈ ਕਿ 2021 'ਚ ਆ ਜਾਏਗਾ ਕਿਉਂਕਿ ਬੇਸਿਕਲੀ ਜਿਹੜੀ ਰਿਕਰੂਟਮੈਂਟ ਹੈ ਉਹ 2-3 ਸਾਲ ਬਾਅਦ ਰਿਪੀਟ ਹੋ ਜਾਂਦੀ ਹੈ। ਅਤੇ ਇਟ ਇਜ਼ ਆਲਰੇਡੀ ਬੀਨ 4 ਈਅਰਸ, ਹਾਲੇ ਤੱਕ ਇਸ ਦੀ ਰਿਕਰੂਟਮੈਂਟ ਨਹੀਂ ਆਈ। ਤਾਂ ਇਟ ਇਜ਼ ਐਕਸਪੈਕਟਡ ਕਿ ਇਹ ਰਿਕਰੂਟਮੈਂਟ ਜਿਹੜੀ ਹੈ 2021 ਵਿੱਚ ਆ ਜਾਏਗੀ। ਠੀਕ ਹੈ ਜੀ। ਸੋ ਇੱਕ ਇਨਕੁਆਇਰੀ ਹੋਰ ਸੀ ਕਿ ਲੈਫਟ ਐਂਡ ਰਾਈਟ ਆਈ ਕੱਲਾ ਕਰਕੇ ਉਹ ਲਿਖਵਾਉਂਦੇ ਨੇ। ਇਟ ਇਜ਼ ਨੋਟ ਲਾਈਕ ਕਿ ਤੁਸੀਂ ਦੋਨੋਂ ਅੱਖਾਂ ਨਾਲ ਪੜ੍ਹ ਸਕਦੇ ਹੋ। ਰਾਈਟ ਆਈ ਤੋਂ ਉਹ ਤੁਹਾਡੇ ਤੋਂ ਅਲੱਗ ਐਂਡ ਲੈਫਟ ਤੋਂ ਡਿਫਰੈਂਟਲੀ ਤੁਹਾਡੇ ਤੋਂ ਪੜ੍ਹਾਉਂਦੇ ਨੇ ਐਲਫਾਬੈਟਸ ਜਿਹੜੇ ਉੱਥੇ ਲਿਖੇ ਹੁੰਦੇ ਨੇ। ਠੀਕ ਹੈ ਜੀ। ਸੋ ਦੀਜ਼ ਵਰ ਦਾ ਮੇਨ ਇਨਕੁਆਇਰੀਜ਼ ਕਿ ਇਹ ਮੈਮ ਆਈ ਸਾਈਡ ਦਾ ਦੱਸੋ। ਸਪੈਕਸ ਅਲਾਊਡਡ ਹੈ? ਨੋ, ਸਪੈਕਸ ਆਰ ਨੋਟ ਅਲਾਊਡਡ। ਤੁਸੀਂ ਸਪੈਕਸ ਪਾ ਕੇ ਨਹੀਂ ਜਾ ਸਕਦੇ ਉੱਥੇ। ਠੀਕ ਹੈ ਜੀ। ਤੁਹਾਡੀ ਵਿਜ਼ਨ ਇਹ ਹੋਣੀ ਚਾਹੀਦੀ ਆ ਨੋਰਮਲ। ਠੀਕ ਹੈ। ਨੈਕਸਟ ਹੈ ਓਕੇ, ਪੁਲਿਸ ਦੀ ਰਿਕਰੂਟਮੈਂਟ ਕਿਹੜੀ ਕਿਵੇਂ ਹੁੰਦੀ ਹੈ ਉਸ ਦੇ ਬਾਰੇ ਗੱਲ ਕਰ ਲੈਂਦੇ ਹਾਂ। ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਕਾਂਸਟੇਬਲ ਹੁੰਦਾ ਹੈ। ਕਾਂਸਟੇਬਲ ਦੀ ਰਿਕਰੂਟਮੈਂਟ ਹੁੰਦੀ ਹੈ, ਹੈੱਡ ਕਾਂਸਟੇਬਲ ਦੀ ਕੋਈ ਰਿਕਰੂਟਮੈਂਟ ਨਹੀਂ ਹੁੰਦੀ। ਜਦੋਂ ਤੁਸੀਂ ਕਾਂਸਟੇਬਲ ਦੇ ਵਿੱਚ 3 ਈਅਰਸ ਕੰਪਲੀਟ ਕਰ ਲੈਂਦੇ ਹੋ ਤਾਂ ਇੱਕ ਇੰਟਰਨਲ ਐਗਜ਼ਾਮ ਆਉਂਦਾ ਹੈ ਡਿਪਾਰਟਮੈਂਟ ਦਾ। ਇੰਟਰਨਲ ਡਿਪਾਰਟਮੈਂਟ ਐਗਜ਼ਾਮ ਆਉਂਦਾ ਹੈ ਜੋ ਕਿ ਤੁਹਾਨੂੰ ਹੈੱਡ ਕਾਂਸਟੇਬਲ ਦੇ ਪ੍ਰਮੋਸ਼ਨ ਦੇ ਲਈ ਹੁੰਦਾ ਹੈ।
अगर तुसी उन्होंने 3 ईयर्स कंप्लीट कर लेने हो तुसी की बन जाओगे हैड कॉन्स्टेबल। सो नो एग्जाम फॉर हैड कॉन्स्टेबल किस लिए होंगे कॉन्स्टेबल का। अगेन नो एग्जाम फॉर ASI, ठीक है जी। ये प्रोबेशन ग्राउंड्स से मिलती है जिन्हों के पेरेंट्स पुलिस विच होंदे आ या फिर कह लो कि उन्होंने डैथ हो जाती है या उन्होंने किसी भी तरह ये मेनली उही होंदे ने, रिटन टेस्ट नहीं होंदा। दैन रिटन होंदा है सब इंस्पैक्टर के लिए, ठीक है जी, वो मैं थोड़ा दस चुकी हाँ। अगेन इंस्पैक्टर, हुण इंस्पैक्टर विच की है जी, इंस्पैक्टर दे विच भी नो रिटन टेस्ट, ਇਹਦਾ कोई टेस्ट नहीं होंदा। सब इंस्पैक्टर ही यही सारे प्रमोट होकर इंस्पैक्टर लगते हैं। नो डायरैक्ट रिक्रूटमेंट, कोई डायरैक्ट रिक्रूटमेंट नहीं है इंस्पैक्टर की, ठीक है जी, कोई डायरैक्ट रिक्रूटमेंट नहीं होंगी इस विच। अगेन DSP किवें लगते हैं यू नो, या तो ये प्रमोशन लैके आऊगे या फिर PPSC क्या करता है एग्ज़ाम कंडक्ट करता है, PPSC एग्ज़ाम कंडक्ट करेगा, ठीक है जी। हुण SP किवें बनिया जाता है, ये दो तरीके ने। एक तो DSP प्रमोट होके आउंदा है, वो बनता है, ठीक है जी, SP। और एक है UPSC एग्ज़ाम लैंदी है, CSE सिविल सर्विसिज का। तुसीं डिफरेंस देखियो, एक जिहड़ा बंदा एक DSP दे शोल्डर, एक DSP हुंदा है, एक SP हुंदा है, एक SP हुंदा है, जिहदे शोल्डर उत्ते तुसीं PPS लिखिया दिखदे हो। एक SP हुंदा उहदे शोल्डर उत्ते तुसीं IPS लिखिया देखदे हो। सो दिस IPS इज़ फ्रॉम UPSC, ये डायरैक्ट रिक्रूटिड हुंदे आ। तुसीं जदों UPSC नूं क्लीयर करदे हो तो तुसीं की बनदे हो IPS, तो तुसीं की बनदे हो SP डायरैक्ट। तो जिहड़े SP दे शोल्डर उत्ते PPS लिखिया हुंदा, या तो DSP तो बाद चों प्रमोट होकर SP है, या फिर वो इन्हां पोस्टां तो प्रमोट होकर आहिस्ता आहिस्ता SP तक आउंदा है। सो दिस इज़ योर पंजाब पुलिस रिक्रूटमेंट। अगर SP SSP होंगे ने, कई SSP के शोल्डर पर भी PPS लिखा होंगे है या IPS लिखा होंगे। सो दिस इज़ द सेम प्रोसीजर। IPS कित्थों रिक्रूट होंगे ने, वो UPSC के एग्जाम तो ही रिक्रूट होंगे ने, एंड जेडे PPS होंगे आ वो पंजाब की रिक्रूटमेंट होंगी है, ठीक है। थैंक यू।